ਤਾਂ ਹੁਣ ਤੱਕ ਅਸੀਂ ਜੋ ਬਲੈਕ ਬੋਡੀ ਰੇਡੀਏਸ਼ਨ ਅਤੇ ਇਸ ਦੀ ਸਪੈਕਟਰਲ ਡੈਂਸਿਟੀ ਦੇ ਬਾਰੇ ਪੜ੍ਹਿਆ ਹੈ, ਉਹ ਇਹ ਹੈ ਕਿ ਸਪੈਕਟਰਲ ਡੈਂਸਿਟੀ ਰੇਡੀਏਸ਼ਨ ਬਣਨ ਜਾ ਰਹੀ ਹੈ ਇਸ ਤਰ੍ਹਾਂ ਲੈਂਬਡਾ ਮੈਕਸ ਟਾਈਮਸ ਟੀ ਇੱਕ ਕੋਨਸਟੈਂਟ ਹੈ। ਅਸਲ ਵਿੱਚ ਸਹੀ ਇਹ ਹੈ ਕਿ ਲੈਂਬਡਾ ਕੋਈ ਵੀ ਫੀਚਰ ਟਾਈਮਸ ਟੀ ਇੱਕ ਕੋਨਸਟੈਂਟ ਹੈ, ਅਤੇ ਉਸ ਫੀਚਰ ਨੂੰ ਲੈਂਬਡਾ ਮੈਕਸ ਮੰਨਿਆ ਜਾਂਦਾ ਹੈ, ਅਤੇ ਇਹ 2900 ਮਾਈਕਰੋਮੀਟਰ ਕੈਲਵਿਨ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਦੂਜਾ ਡਿਸਟ੍ਰੀਬਿਊਸ਼ਨ ਫਾਰਮੂਲਾ ਹੈ ਜਿਸ ਦੇ ਅਨੁਸਾਰ U ਲੈਂਬਡਾ ਟੀ ਸਮ ਫੰਕਸ਼ਨ ਲੈਂਬਡਾ ਟੀ ਦੇ ਰੂਪ ਵਿੱਚ ਹੋਣ ਜਾ ਰਿਹਾ ਹੈ ਓਵਰ ਲੈਂਬਡਾ ਰੇਜ਼ ਟੂ 5 ਜਾਂ ਆਫ ਦਾ ਫੋਰਮ U ਨਿਊ ਟੀ ਇਜ਼ ਇਕੁਅਲ ਟੂ ਨਿਊ ਕਿਊਬਡ। ਕੋਈ ਹੋਰ ਫੰਕਸ਼ਨ ਮੰਨ ਲਵੋ ਫੰਕਸ਼ਨ f, ਇਹ ਉਹ ਫੰਕਸ਼ਨ ਨਹੀਂ ਹੈ ਜੋ ਉੱਤੇ ਦਿੱਤਾ ਗਿਆ ਹੈ ਨਿਊ ਓਵਰ ਟੀ। ਇਸ ਪੁਆਇੰਟ ਤੱਕ ਸਭ ਕੁਝ ਠੀਕ ਥਰਮੋਡਾਇਨਾਮਿਕਲੀ ਪ੍ਰਾਪਤ ਕੀਤਾ ਗਿਆ ਹੈ। ਚੁਣੌਤੀ ਇਹ ਪਤਾ ਕਰਨਾ ਹੈ ਕਿ f ਨਿਊ ਓਵਰ ਟੀ ਜਾਂ ਸਮਾਨ ਤੌਰ ਤੇ ਉਹ ਫੰਕਸ਼ਨ f ਲੈਂਬਡਾ ਟੀ ਹੈ। ਇਸ ਲਈ ਵੇਨ ਨੇ ਇੱਕ ਸਰਲ ਵਿਸ਼ਲੇਸ਼ਣ ਕੀਤਾ ਅਤੇ ਉਹਨਾਂ ਨੂੰ ਇੱਕ ਡਿਸਟ੍ਰੀਬਿਊਸ਼ਨ ਫਾਰਮੂਲਾ ਮਿਲਿਆ। ਉਹਨਾਂ ਨੇ ਇਹ ਕਿਹਾ ਕਿ ਮੈਂ ਇਸ ਨੂੰ ਬਿਨਾਂ ਕਿਸੇ ਪ੍ਰਮਾਣ ਦੇ ਦੱਸਾਂਗਾ। ਉਹਨਾਂ ਨੇ ਬੋਲਟਜ਼ਮੈਨ ਐਨਾਲਿਸਿਸ ਦੀ ਵਰਤੋਂ ਕੀਤੀ। ਬੋਲਟਜ਼ਮੈਨ ਕੀ ਕਹਿੰਦੇ ਹਨ? ਮੈਂ ਦੁਬਾਰਾ ਇਸ ਬਾਰੇ ਗੱਲ ਕਰਾਂਗਾ ਕਿ ਜੇਕਰ ਕੋਈ ਸਿਸਟਮ ਹਨ ਜਿਸ ਵਿੱਚ ਤਾਪਮਾਨ T ਤੇ ਊਰਜਾ E ਹੈ ਤਾਂ ਪ੍ਰੋਬੇਬਿਲਿਟੀ ਹੈ ਕਿ ਇੱਕ ਸਿਸਟਮ ਜੋ ਕਈ ਊਰਜਾ ਲੈ ਸਕਦਾ ਹੈ ਪਰ ਉਸ ਕੋਲ ਊਰਜਾ E ਹੈ। ਊਰਜਾ E ਰੇਜ਼ ਟੂ E ਓਵਰ KT ਦੇ ਪ੍ਰੋਪੋਰਸ਼ਨਲ ਹੈ। ਅਸੀਂ ਇਸ ਦੀ ਦੁਬਾਰਾ ਵਰਤੋਂ ਕਰਾਂਗੇ ਤਾਪਮਾਨ T ਅਤੇ K ਨੂੰ ਬੋਲਟਜ਼ਮੈਨ ਕੋਨਸਟੈਂਟ ਕਿਹਾ ਜਾਂਦਾ ਹੈ ਅਤੇ ਇਹ R ਓਵਰ N ਦੇ ਬਰਾਬਰ ਹੈ ਜਿੱਥੇ R ਗੈਸ ਕੋਨਸਟੈਂਟ ਹੈ। ਗੈਸ ਕੋਨਸਟੈਂਟ ਅਤੇ N ਅਵੋਗੈਡਰੋ ਨੰਬਰ ਹੈ। ਇਸ ਦੀ ਵੈਲਿਊ ਹੈ। ਇਸ ਲਈ ਮੁੱਖ ਪੁਆਇੰਟ ਪ੍ਰੋਬੇਬਿਲਿਟੀ ਹੈ ਕਿ ਇੱਕ ਸਿਸਟਮ ਦੀ ਊਰਜਾ E ਹੈ ਜੇਕਰ ਉਹ ਇਸ ਤਾਪਮਾਨ T ਦੇ ਵਿੱਚ ਕਈ ਵੈਲਿਊਜ਼ ਲੈ ਸਕਦਾ ਹੈ ਤਾਂ E ਰੇਜ਼ ਟੂ E ਬਾਈ KT। ਇਸ ਲਈ ਗੈਸ ਵਿੱਚ ਮੋਲੀਕਿਊਲਜ਼ ਦੇ ਲਈ ਜੇਕਰ ਉਹ ਸੁਤੰਤਰ ਰੂਪ ਨਾਲ ਗਤੀਸ਼ੀਲ ਹਨ ਤਾਂ ਪ੍ਰੋਬੇਬਿਲਿਟੀ ਹੈ ਕਿ ਇੱਕ ਮੋਲੀਕਿਊਲ ਵੈਲੋਸਿਟੀ v ਦੇ ਨਾਲ ਗਤੀਸ਼ੀਲ ਹੈ ਤਾਂ E ਰੇਜ਼ ਟੂ E ਊਰਜਾ 1/2 mv ਸਕੁਏਅਰ ਓਵਰ KT ਦੇ ਪ੍ਰੋਪੋਰਸ਼ਨਲ ਹੋਵੇਗਾ। ਹੁਣ ਵੇਨ ਨੇ ਇੱਕ ਧਾਰਨਾ ਬਣਾਈ ਹੈ। ਵੇਨ ਦੇ ਅਨੁਸਾਰ ਇੱਕ ਮੋਲੀਕਿਊਲ ਦੁਆਰਾ ਐਮਿਟਡ ਰੇਡੀਏਸ਼ਨ ਫ੍ਰੀਕੁਐਂਸੀ ਉਸ ਦੀ ਊਰਜਾ ਦੇ ਅਨੁਪਾਤਕ ਹੁੰਦੀ ਹੈ। ਇਹ ਸਿਰਫ ਜਵਾਬ ਪ੍ਰਾਪਤ ਕਰਨ ਲਈ ਇੱਕ ਆਰਬਿਟਰੇਰੀ ਅਜ਼ੰਪਸ਼ਨ ਹੈ। ਇਸ ਲਈ ਪ੍ਰੋਬੇਬਿਲਿਟੀ ਜੋ ਮੋਲੀਕਿਊਲ ਦਿੰਦਾ ਫ੍ਰੀਕੁਐਂਸੀ ਨਿਊ ਦੀ ਰੇਡੀਏਸ਼ਨ E ਰੇਜ਼ ਟੂ ਕੋਨਸਟੈਂਟ ਬੀਟਾ ਨਿਊ ਓਵਰ KT ਦੇ ਪ੍ਰੋਪੋਰਸ਼ਨਲ ਹੋਵੇਗਾ। ਇਹ ਕੇਵਲ ਇੱਕ ਐਡਹਾਕ ਅਜ਼ੰਪਸ਼ਨ ਹੈ ਅਤੇ ਇਸ ਲਈ ਉਹ ਕਹਿੰਦੇ ਹਨ ਕਿ U ਨਿਊ T ਕੋਈ ਅਲਫਾ ਹੋਵੇਗਾ। ਅਲਫਾ ਕੋਨਸਟੈਂਟ ਟਾਈਮਸ ਨਿਊ ਕਿਊਬ ਹੈ ਕਿਉਂਕਿ ਇਹ ਫਾਰਮੂਲਾ ਥਰਮੋਡਾਇਨਾਮਿਕਲੀ ਪ੍ਰਾਪਤ ਕੀਤਾ ਗਿਆ ਹੈ ਇਸ ਨਾਲ ਮਿਲਦਾ ਹੈ।
e raised to minus beta nu ਓਵਰ ਕੇ ਟੀ ਜਾਂ ਲੈਂਬਡਾ ਦੇ ਟਰਮਜ਼ ਵਿੱਚ ਇਹ ਯੂ ਲੈਂਬਡਾ ਟੀ ਕਿਸੇ ਹੋਰ ਕੋਨਸਟੈਂਟ ਅਲਫਾ ਬਾਰ ਓਵਰ ਲੈਂਬਡਾ ਰੇਸ 25 e ਰੇਸ 2 ਮਾਈਨਸ ਬੀਟਾ ਓਵਰ ਲੈਂਬਡਾ ਕੇ ਟੀ ਦੇ ਬਰਾਬਰ ਹੋਵੇਗਾ ਅਤੇ ਇੱਥੇ ਸੀ ਹੋਵੇਗਾ। ਇਹ ਦੋ ਫਾਰਮੂਲਾ ਜਿੱਥੇ ਅਲਫਾ ਬਾਰ ਵਿੱਚ ਕੋਈ ਅਲਫਾ ਟਾਈਮ ਸੀ ਹੋ ਸਕਦਾ ਹੈ। ਹਾਲਾਂਕਿ ਇਹ ਫਾਰਮੂਲਾ ਉਹਨਾਂ ਨੇ ਪ੍ਰਸਤਾਵਿਤ ਕੀਤਾ ਸੀ ਅਤੇ ਤੁਸੀਂ ਦੇਖਦੇ ਹੋ ਕਿ ਇਹ ਸਮਾਨ ਰੂਪ ਵਿੱਚ ਹੈ ਇਸ ਵਿੱਚ ਨਿਊ ਓਵਰ ਟੀ ਇੱਥੇ ਹੈ ਅਤੇ ਲੈਂਬਡਾ ਟੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਉਹਨਾਂ ਨੇ ਪ੍ਰਸਤਾਵਿਤ ਕੀਤਾ ਸੀ ਪਰ ਇਹ ਡੈਰੀਵੇਸ਼ਨ ਐਡ ਹਾਕ ਹੈ। ਹਾਲਾਂਕਿ ਇੱਥੇ ਦੋ ਕੋਨਸਟੈਂਟ ਹਨ ਤਾਂ ਆਓ ਇਸ ਫਾਰਮੂਲਾ ਤੇ ਧਿਆਨ ਦਿੰਦੇ ਹਾਂ ਦੋ ਕੋਨਸਟੈਂਟ ਅਲਫਾ ਅਤੇ ਬੀਟਾ। ਅਸੀਂ ਇਹਨਾਂ ਦੋ ਕੋਨਸਟੈਂਟ ਨੂੰ ਕਿਵੇਂ ਨਿਰਧਾਰਿਤ ਕਰਾਂਗੇ ਇਸ ਲਈ ਵੇਨ ਦਾ ਫਾਰਮੂਲਾ ਇਹ ਹੈ ਕਿ u nu t is equal to alpha nu cubed e raised to minus beta nu over kt। ਅਲਫਾ ਅਤੇ ਬੀਟਾ ਕੋਨਸਟੈਂਟ ਹਨ। ਅਸੀਂ ਕਿਵੇਂ ਨਿਰਧਾਰਿਤ ਕਰਾਂਗੇ ਕਿ ਮੇਰੇ ਕੋਲ ਪਹਿਲਾਂ ਤੋਂ ਦੋ ਕੌਂਸਟੈਂਟ ਹਨ। ਮੇਰੇ ਕੋਲ ਸਿਗਮਾ ਹੈ ਜੋ ਕਿ ਸਟੀਫਨ ਬੋਲਟਜ਼ਮੈਨ ਕੋਨਸਟੈਂਟ ਹੈ ਅਤੇ ਮੇਰੇ ਕੋਲ ਲੈਂਬਡਾ ਮੈਕਸ ਟੀ ਹੈ ਜੋ ਕਿ ਡਿਸਪਲੇਸਮੈਂਟ ਕੋਨਸਟੈਂਟ ਹੈ। ਇਸ ਲਈ ਮੈਂ u nu t d nu ਨੂੰ ਇੰਟੀਗਰੇਟ ਕਰ ਸਕਦਾ ਹਾਂ ਜੋ ਕਿ ਅਲਫਾ nu ਕਿਊਬ e ਰੇਸ 2 ਮਾਈਨਸ ਬੀਟਾ nu ਓਵਰ ਕੇ ਟੀ ਇੰਟੀਗਰੇਟਡ ਓਵਰ d nu ਅਤੇ ਇੱਕ ਜਵਾਬ ਪ੍ਰਾਪਤ ਕਰੋ ਜੋ ਕਿ t ਰੇਸ ਟੂ 4 ਦੇ ਪ੍ਰੋਪੋਰਸ਼ਨਲ ਹੋਵੇਗਾ ਅਤੇ ਮੈਂ du nu t ਓਵਰ d ਲੈਂਬਡਾ ਇਕੁਅਲਸ 0 ਵੀ ਪਤਾ ਕਰ ਸਕਦਾ ਹਾਂ ਅਤੇ ਇਸ ਨਾਲ ਮੈਨੂੰ ਮਿਲਦਾ ਹੈ ਕਿ ਮੈਕਸਿਮਮ ਕਿੱਥੇ ਹੈ ਅਤੇ ਲੈਂਬਡਾ ਮੈਕਸਿਮਮ ਕੀ ਹੈ ਅਤੇ ਇਹਨਾਂ ਦੋ ਇਕੁਏਸ਼ਨ ਦੁਆਰਾ ਮੈਂ ਅਲਫਾ ਅਤੇ ਬੀਟਾ ਨੂੰ ਨਿਰਧਾਰਿਤ ਕਰ ਸਕਦਾ ਹਾਂ। ਇਸ ਲਈ ਉਸਨੇ ਇੱਕ ਫਾਰਮੂਲਾ ਦਿੱਤਾ ਅਤੇ ਉਹ ਫਾਰਮੂਲਾ ਬਹੁਤ ਵਧੀਆ ਸਾਬਿਤ ਹੋਇਆ। ਜੇਕਰ ਤੁਸੀਂ ਐਕਸਪੈਰੀਮੈਂਟ ਦੇ ਤੌਰ ਤੇ ਦੇਖਦੇ ਹੋ ਤਾਂ ਟਰੂ ਕਰਵ ਕੁਝ ਅਜਿਹੀ ਹੈ ਜਿਵੇਂ ਇਹ ਲੈਂਬਡਾ ਹੈ ਜੋ ਕਿ ਸਪੈਕਟਰਲ ਡੈਂਸਿਟੀ ਹੈ ਅਤੇ ਵੇਨ ਕਰਵ ਠੀਕ ਉੱਤੇ ਫਿੱਟ ਕੀਤੀ ਹੈ। ਇਸ ਤੋਂ ਬਜਾਏ ਜਦੋਂ ਤੁਸੀਂ ਵੱਡੇ ਲੈਂਬਡਾ ਤੱਕ ਜਾਂਦੇ ਹੋ ਇਹ ਥੋੜਾ ਛੋਟਾ ਹੋ ਜਾਂਦਾ ਹੈ। ਇਸ ਲਈ ਕਨਕਲੂਜਨ ਇਹ ਹੈ ਕਿ ਵੇਨਸ ਕਰਵ ਐਕਸਪੈਰੀਮੈਂਟਲ ਕਰਵ ਵਿੱਚ ਫਿੱਟ ਹੁੰਦਾ ਹੈ ਜੋ ਕਿ ਨਿਊ ਓਵਰ t ਇੱਕ ਵੱਡੀ ਵੈਲਿਊ ਹੋਵੇਗੀ। ਪਰ ਲੈਂਬਡਾ ਦੀ ਵੱਡੀ ਵੈਲਿਊ ਦੇ ਲਈ ਕਰਵ ਨੂੰ ਅੰਡਰ ਐਸਟੀਮੇਟ ਕਰਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਇਸ ਲਈ ਕਰਵ ਬਹੁਤ ਵਧੀਆ ਹੈ। ਵੇਨ ਬਿਲਕੁਲ ਸਹੀ ਟਰੈਕ ਤੇ ਸੀ ਸਿਵਾਏ ਇਸ ਦੇ ਕਿ ਉਹ ਕੁਝ ਭੁੱਲ ਰਹੇ ਸੀ। ਉਸੇ ਸਮੇਂ ਤੇ ਰੇਲੇ ਜੀਨਸ ਦੁਆਰਾ ਇੱਕ ਹੋਰ ਫਾਰਮੂਲਾ ਦਿੱਤਾ ਗਿਆ ਹੈ ਜਿਸ ਦੇ ਅਨੁਸਾਰ u nu t 8 ਪਾਈ ਨਿਊ ਸਕੁਏਅਰ ਓਵਰ c ਕਿਊਬਡ ਕੇ ਟੀ ਹੈ। ਉਹਨਾਂ ਨੂੰ ਇਹ ਫਾਰਮੂਲਾ ਕਿਵੇਂ ਮਿਲਿਆ ਮੈਂ ਤੁਹਾਨੂੰ ਕੁਝ ਹੀ ਮਿੰਟਾਂ ਵਿੱਚ ਦੱਸਾਂਗਾ ਪਰ ਆਓ ਦੇਖੀਏ ਕਿ ਇਹ ਦੋ ਕਰਵ ਕਿਵੇਂ ਦਿਖਾਈ ਦਿੰਦੇ ਹਨ। ਇਸ ਲਈ ਇਹ ਐਕਸਪੈਰੀਮੈਂਟਲ ਕਰਵ ਹੈ। ਬਲੂ ਵਾਲਾ ਰੇਲੇ ਜੀਨਸ ਸਿੱਧਾ ਉੱਪਰ ਹੈ ਅਤੇ ਜਦੋਂ ਤੁਸੀਂ ਵੱਡੇ ਲੈਂਬਡਾ ਤੱਕ ਜਾਂਦੇ ਹੋ ਆਓ ਦੇਖਦੇ ਹਾਂ ਕਿ ਇਹ ਲੈਂਬਡਾ ਹੈ ਮੰਨ ਲਵੋ ਇਹ u ਲੈਂਬਡਾ t ਹੈ ਸਹੀ ਹੈ ਅਤੇ ਫਿਰ ਇਹ ਡੇਵੀਏਟ ਹੋਣਾ ਸ਼ੁਰੂ ਹੁੰਦਾ ਹੈ। ਮੈਂ ਐਗਜ਼ੈਜਰੇਟ ਕਰ ਰਿਹਾ ਹਾਂ ਪਰ ਇਹ ਡੇਵੀਏਟ ਹੋਣਾ ਸ਼ੁਰੂ ਹੁੰਦਾ ਹੈ ਅਤੇ ਰੇਲੇ ਜੀਨਸ ਫਾਰਮੂਲਾ ਬਿਲਕੁਲ ਵਧੀਆ ਇੱਥੇ ਫਿੱਟ ਹੁੰਦਾ ਹੈ ਪਰ ਫਿਰ ਇਹ ਵੱਡਾ ਹੋ ਜਾਂਦਾ ਹੈ ਇਸ ਲਈ ਇਹ ਸਿਰਫ ਇੱਥੇ ਮੇਲ ਖਾਂਦਾ ਹੈ ਅਤੇ ਇਹ ਵੇਨ ਫਾਰਮੂਲਾ ਹੈ ਟਰੂ ਫਾਰਮੂਲਾ ਕਿਤੇ ਵਿਚਕਾਰ ਹੈ ਜੋ ਕਿ ਹਰ ਜਗ੍ਹਾ ਮੈਚ ਹੋਣਾ
ਚਾਹੀਦਾ ਹੈ। ਇਹ ਵੇਨਸ ਫਾਰਮੂਲਾ ਦੇ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਛੋਟੇ ਲੈਂਬਡਾ ਤੇ ਜਾਂਦੇ ਹੋ ਅਤੇ ਇਹ ਰੇਲੇ ਜੀਨਸ ਫਾਰਮੂਲਾ ਤੇ ਸਟੋਰ ਹੁੰਦਾ ਹੈ ਜਦੋਂ ਤੁਸੀਂ ਵੱਡੇ ਲੈਂਬਡਾ ਤੇ ਜਾਂਦੇ ਹੋ ਅਤੇ ਇੱਥੇ ਪਲੈਂਕ ਦੀ ਵਰਤੋਂ ਹੁੰਦੀ ਹੈ ਅਤੇ ਕੁਆਂਟਾਈਜੇਸ਼ਨ ਹਾਈਪੋਥੇਸਿਸ ਨੇ ਅਸਲ ਵਿੱਚ ਇਸ ਨੂੰ ਹੱਲ ਕੀਤਾ ਅਤੇ ਇਹ ਹੀ ਅਸੀਂ ਅੱਗੇ ਕਰਨ ਲੱਗੇ ਹਾਂ। ਇਸ ਲਈ, ਇਹ ਸਮਝਣ ਲਈ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ, ਆਓ ਪਹਿਲਾਂ ਲਿਖੀਏ ਕਿ ਸਾਡੀ ਲਾਈਨ ਆਫ ਅਟੈਕ ਕੀ ਹੋਵੇਗੀ, ਜਿਸ ਤਰ੍ਹਾਂ ਪਲੈਂਕ ਨੇ ਕੀਤਾ ਸੀ। ਅਸੀਂ ਇਹ ਮੰਨਦੇ ਹਾਂ ਕਿ ਬਹੁਤ ਸਾਰੇ ਰੇਡੀਏਟਰ ਹਨ ਜੋ ਅੰਦਰ ਬਹੁਤ ਸਾਰੇ ਓਸੀਲੇਟਰ ਅਤੇ ਰੇਡੀਏਟਰ ਦਿੰਦੇ ਹਨ ਜੋ ਰੇਡੀਏਸ਼ਨ ਬਾਹਰ ਕਰਦੇ ਹਨ। ਇਸ ਲਈ ਕੈਵਿਟੀ ਓਸੀਲੇਟਰ ਤੋਂ ਬਣੀ ਹੁੰਦੀ ਹੈ ਜੋ ਕਿ ਰੇਡੀਏਸ਼ਨ ਦਿੰਦੇ ਹਨ ਤਾਂ ਜੋ ਸਾਰੀ ਰੇਡੀਏਸ਼ਨ ਕੈਵਿਟੀ ਨੂੰ ਭਰ ਦੇਵੇ। ਅਤੇ ਅਸੀਂ ਇਹ ਦਿਖਾਉਣ ਲੱਗੇ ਹਾਂ ਕਿ U nu T 8 pi nu ਸਕੁਏਅਰ ਓਵਰ C ਕਿਊਬਡ ਟਾਈਮਸ E ਬਾਰ nu ਦੇ ਬਰਾਬਰ ਹੋਵੇਗਾ, ਜਿੱਥੇ E ਬਾਰ nu ਇੱਕ ਓਸੀਲੇਟਰ ਦੀ ਔਸਤ ਊਰਜਾ ਹੋਵੇਗੀ। ਤਾਂ ਇਹ ਮੇਰੇ ਲਈ ਕੀ ਕਰਦਾ ਹੈ ਉਹ ਹੈ ਕਿ ਜੇਕਰ ਸਾਨੂੰ E ਬਾਰ nu ਪਤਾ ਹੋਵੇਗਾ ਤਾਂ ਅਸੀਂ U nu T ਨੂੰ ਕੈਲਕੁਲੇਟ ਕਰ ਸਕਦੇ ਹਾਂ। ਹੁਣ ਇਸ ਨੂੰ ਕਈ ਤਰੀਕਿਆਂ ਦੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਮੈਂ ਅਜਿਹਾ ਨਹੀਂ ਕਰਾਂਗਾ ਕਿਉਂਕਿ ਇਸ ਵਿੱਚ ਸਮਾਂ ਲੱਗੇਗਾ ਅਤੇ ਇਹ ਕੁਝ ਕੋਰਸ ਦੇ ਸਕੋਪ ਤੋਂ ਥੋੜਾ ਬਾਹਰ ਹੈ, ਲੇਕਿਨ ਜੇ ਤੁਹਾਨੂੰ ਦਿਲਚਸਪੀ ਹੈ ਮੈਂ ਤੁਹਾਨੂੰ ਮਟੀਰੀਅਲ ਭੇਜ ਸਕਦਾ ਹਾਂ ਅਤੇ ਮੈਂ ਤੁਹਾਨੂੰ ਬਾਅਦ ਵਿੱਚ ਵੱਖਰੇ ਫੋਰਮ ਵਿੱਚ ਇਹ ਸਮਝਾ ਸਕਦਾ ਹਾਂ। ਪਰ ਭਾਰ ਨੂੰ ਦੋ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਹੈ ਹਰੇਕ ਓਸੀਲੇਟਰ ਦੁਆਰਾ ਰੇਡੀਏਟ ਹੋਈ ਊਰਜਾ ਪਤਾ ਕਰਨਾ ਅਤੇ ਇਸ ਨੂੰ ਰੇਡੀਏਸ਼ਨ ਤੋਂ ਉਸ ਦੁਆਰਾ ਅਬਜ਼ੋਰਬ ਕੀਤੀ ਊਰਜਾ ਦੇ ਬਰਾਬਰ ਕਰਨਾ। ਤੁਸੀਂ ਇਹ ਕਰਦੇ ਹੋ ਅਤੇ ਤੁਹਾਨੂੰ ਸਟੀਕਤਾ ਨਾਲ ਇਹ ਫਾਰਮੂਲਾ ਮਿਲਦਾ ਹੈ। ਦੂਸਰਾ ਤਰੀਕਾ ਹੈ ਕਿ ਰੇਡੀਏਸ਼ਨ ਦੀ ਕੈਵਿਟੀ ਵਿੱਚ ਪ੍ਰਤੀ ਯੂਨਿਟ ਵੋਲਿਊਮ ਦੇ ਮੋਡਸ ਦੀ ਸੰਖਿਆ ਦੀ ਗਣਨਾ ਕਰਨਾ ਅਤੇ ਇਸ ਨੂੰ E ਬਾਰ ਦੇ ਨਾਲ ਮਲਟੀਪਲਾਈ ਕਰੋ। ਦੋਵਾਂ ਤਰੀਕਿਆਂ ਨਾਲ ਤੁਹਾਨੂੰ ਇਹੀ ਫਾਰਮੂਲਾ ਮਿਲਦਾ ਹੈ। ਹੁਣ ਰੇਲੇ ਜੀਨਸ ਨੇ ਕੀ ਕੀਤਾ ਸੀ? ਉਹਨਾਂ ਨੇ ਕਿਹਾ ਸੀ ਕਿ E ਬਾਰ nu ਇਕੁਅਲ ਟੂ KT ਬਾਏ ਕਲਾਸੀਕਲ ਇਕੁਈਪਾਰਟੀਸ਼ਨ ਥਿਓਰਮ ਹੋਵੇਗਾ ਅਤੇ ਇਸ ਨਾਲ ਤੁਰੰਤ ਉਹਨਾਂ ਨੂੰ ਮਿਲਿਆ ਕਿ U nu T 8 pi nu ਸਕੁਏਅਰ ਓਵਰ C ਕਿਊਬਡ KT ਹੋਵੇਗਾ, ਜਿਸ ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ 8 pi nu ਕਿਊਬਡ ਓਵਰ C ਕਿਊਬਡ KT ਓਵਰ nu ਅਤੇ ਤੁਸੀਂ ਦੇਖਦੇ ਹੋ ਕਿ ਇਹ ਫਾਰਮੂਲਾ nu ਕਿਊਬ nu ਓਵਰ T ਦੇ ਕਿਸੇ ਫੰਕਸ਼ਨ ਦੇ ਲਈ ਫਿੱਟ ਹੈ। ਦੂਜੇ ਪਾਸੇ ਵੇਨ ਦੇ ਅਨੁਸਾਰ U nu T ਸਮ ਅਲਫਾ nu ਕਿਊਬਡ E ਰੇਸ 2 ਮਾਈਨਸ ਬੀਟਾ nu ਓਵਰ KT ਦੇ ਫੋਰਮ ਦਾ ਹੁੰਦਾ ਹੈ। ਜੇਕਰ ਮੈਂ ਇਸ ਨੂੰ 8 pi nu ਸਕੁਏਅਰ ਓਵਰ C ਕਿਊਬਡ E ਰੇਸ 2 ਮਾਈਨਸ ਬੀਟਾ nu ਓਵਰ K T ਦੇ ਬਰਾਬਰ
ਕਰਦਾ ਹਾਂ ਤੇ ਇਹ ਮੈਨੂੰ ਦੱਸਦਾ ਹੈ ਕਿ e ਬਾਰ ਨਿਊ e ਰੇਜ਼ ਟੂ ਮਾਈਨਸ ਬੀਟਾ ਨਿਊ ਓਵਰ ਕੇ ਟੀ ਦੇ ਪ੍ਰੋਪੋਰਸ਼ਨਲ ਹੈ। ਅਤੇ ਕਿਤੇ ਨਾ ਕਿਤੇ ਇਹ ਸੱਚ ਹੈ ਅਤੇ ਇੱਥੇ ਹੀ ਕੁਆਂਟਮ ਹਾਈਪੋਥੀਸਿਸ ਦਾ ਉਪਯੋਗ ਹੁੰਦਾ ਹੈ। ਅਤੇ ਇਹ ਅਗਲੇ ਲੈਕਚਰ ਦਾ ਵਿਸ਼ਾ ਹੋਵੇਗਾ।